ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਜਗਪਾਲ ਸਹਾਇਕ ਪ੍ਰੋਫੈਸਰ ਪੰਜਾਬੀ ਸਰਕਾਰੀ ਕਾਲਜ ਬਰਵਾਲਾ ਪੰਚਕੂਲਾ। ਮੇਰੇ ਅੱਜ ਦੇ ਲੈਕਚਰ ਦਾ ਵਿਸ਼ਾ ਹੈ ਅਲੰਕਾਰ, ਪਰਿਭਾਸ਼ਾ ਅਤੇ ਪ੍ਰਕਾਰ। ਅਲੰਕਾਰ ਸ਼ਬਦ ਦਾ ਸ਼ਾਬਦਿਕ ਅਰਥ ਹੈ ਗਹਿਣਾ, ਆਭੂਸ਼ਣ, ਸਜਾਵਟ ਦਾ ਸਾਮਾਨ। ਅਲੰਕਾਰ ਸੰਸਕ੍ਰਿਤ ਭਾਸ਼ਾ ਦੇ ਅਲੰ ਧਾਤੂ ਤੋਂ ਬਣਿਆ ਹੈ, ਜਿਸ ਦੀ ਵਰਤੋਂ ਸਰੀਰ ਨੂੰ ਹੋਰ ਸੁੰਦਰ ਬਣਾਉਣ ਵਿੱਚ ਕੀਤੀ ਜਾਂਦੀ ਹੈ। ਸੋ ਜਿੱਥੇ ਗਹਿਣੇ ਮਨੁੱਖੀ ਸਰੀਰ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ, ਉੱਥੇ ਸ਼ਬਦ ਰੂਪੀ ਗਹਿਣੇ ਕਾਵਿ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਮਨੁੱਖੀ ਸਮਾਜ ਵਿੱਚ ਹਰੇਕ ਸੁਹਿਰਦ ਮਨੁੱਖ ਨੂੰ ਕਿਸੇ ਨਾ ਕਿਸੇ ਗਹਿਣੇ ਨਾਲ ਪਿਆਰ ਜ਼ਰੂਰ ਹੁੰਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਤਾਂ ਗਹਿਣਿਆਂ ਦੇ ਨਾਲ ਵਧੇਰੇ ਹੀ ਮੋਹ ਹੁੰਦਾ ਹੈ। ਅਸੀਂ ਤਾਂ ਆਪਣੇ ਲਵੇਰਿਆਂ ਨੂੰ ਵੀ ਕਿਸੇ ਨਾ ਕਿਸੇ ਗਹਿਣੇ ਨਾਲ ਸ਼ਿੰਗਾਰਦੇ ਹਾਂ। ਵਿਦਵਾਨਾਂ ਵੱਲੋਂ ਅਲੰਕਾਰ ਦੀ ਪਰਿਭਾਸ਼ਾ ਇਸ ਤਰੀਕੇ ਦੇ ਨਾਲ ਮਿਲਦੀ ਹੈ। ਅਲੰਕਾਰ ਦੀ ਸੰਸਕ੍ਰਿਤ ਪਰਿਭਾਸ਼ਾ ਹੈ ਅਲੰਕਰੋਤੀ ਇਤੀ ਅਲੰਕਾਰ, ਭਾਵ ਜੋ ਅਲੰਕ੍ਰਿਤ ਕਰਦਾ ਹੈ ਉਹੀ ਅਲੰਕਾਰ ਹੈ। ਦੰਡੀ ਅਨੁਸਾਰ ਜੋ ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਹੁੰਦੇ ਹਨ, ਉਹਨਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ। ਵਿਸ਼ਵਨਾਥ ਆਖਦਾ ਹੈ ਕਿ ਜਿਹੜੇ ਸ਼ਬਦ ਤੇ ਅਰਥ ਦੇ ਅਸਥਿਰ ਧਰਮ ਅਤੇ ਸ਼ੋਭਾ ਵਧਾਉਣ ਵਾਲੇ ਹਨ ਅਤੇ ਰਸ ਭਾਵ ਦਾ ਉਪਕਾਰ ਕਰਨ ਵਾਲੇ ਅੰਗ, ਉਹ ਹਮੇਲਾ ਵਾਂਗ ਅਲੰਕਾਰ ਹਨ। ਅਲੰਕਾਰ ਨੂੰ ਭਾਰਤੀ ਕਾਵਿ ਸ਼ਾਸਤਰ ਦੇ ਹੇਠ ਲਿਖੇ ਹੋਏ 6 ਸਿਧਾਂਤਾਂ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ 6 ਸਿਧਾਂਤ ਹਨ: ਅਲੰਕਾਰ ਸਿਧਾਂਤ ਭਾਮਾ ਜੀ ਦਾ ਤੇ ਉਹਨਾਂ ਦੀ ਪੁਸਤਕ ਜਿਹੜੀ ਹੈ ਕਾਵਿ ਅਲੰਕਾਰ। ਦੂਸਰਾ ਰਸ ਸਿਧਾਂਤ ਭਰਤ ਮੁਨੀ ਜੀ ਦਾ, ਇਹਨਾਂ ਦਾ ਜਿਹੜਾ ਗ੍ਰੰਥ ਹੈ ਉਹ ਨਾਟਿਆ ਸ਼ਾਸਤਰ। ਰੀਤੀ ਸਿਧਾਂਤ ਦੇ ਕਰਤਾ ਮੋਢੀ ਬਾਮਨ ਤੇ ਇਹਨਾਂ ਦੇ ਗ੍ਰੰਥ ਦਾ ਨਾਮ ਕਾਵਿਆ ਅਲੰਕਾਰ ਸਤਰ ਬੀਤੀ। ਚੌਥਾ ਸਿਧਾਂਤ ਹੈ ਧੁਨੀ ਸਿਧਾਂਤ, ਇਸ ਦਾ ਮੋਢੀ ਆਨੰਦਵਰਧਨ ਤੇ ਇਹਨਾਂ ਦੇ ਗ੍ਰੰਥ ਦਾ ਨਾਮ ਹੈ ਧੁਨੀਆਂ ਲੋਕ। ਪੰਜਵਾਂ ਸਿਧਾਂਤ ਸਾਡੇ ਕੋਲੇ ਵਕਰੋਕਤੀ ਸਿਧਾਂਤ, ਇਸ ਦੇ ਮੋਢੀ ਕੁੰਤਕ ਜੀ ਤੇ ਉਹਨਾਂ ਦੇ ਗ੍ਰੰਥ ਦਾ ਨਾਮ ਹੈ ਵਕਰੋਕਤੀ ਜੀਵਤਮ ਗ੍ਰੰਥ। ਛੇਵਾਂ ਜਿਹੜਾ ਸਿਧਾਂਤ ਹੈ ਸਾਡੇ ਕੋਲੇ ਉਹ ਹੈ ਔਚਿਤਯ ਸਿਧਾਂਤ, ਜਿਸ ਦੇ ਮੋਢੀਆਂ ਦੇ ਵਿੱਚ ਅਸੀਂ ਕਸ਼ੇਮੇਂਦਰ ਨੂੰ ਰੱਖਦੇ ਹਾਂ ਤੇ ਉਹਨਾਂ ਦਾ ਔਚਿਤਯ ਵਿਚਾਰ ਚਰਚਾ ਗ੍ਰੰਥ ਹੈ। ਅਲੰਕਾਰ ਸਿਧਾਂਤ ਨੂੰ ਕਾਵਿ ਸ਼ਾਸਤਰ ਦਾ ਸਭ ਤੋਂ ਪੁਰਾਣਾ ਸਿਧਾਂਤ ਅਤੇ ਇਸ ਦਾ ਮੋਢੀ ਭਾਮਾ ਨੂੰ ਮੰਨਿਆ ਜਾਂਦਾ ਹੈ। ਇਹਨਾਂ ਦੀ ਗਿਣਤੀ ਜਿਹੜੀ ਉਹ ਕਦੇ ਵੀ ਸਥਿਰ ਨਹੀਂ ਰਹੀ ਅਤੇ ਹੁਣ ਇਹਨਾਂ ਦੀ ਗਿਣਤੀ 100 ਤੋਂ ਵੱਧ ਕੀਤੀ ਜਾ ਸਕਦੀ ਹੈ। ਮਨੁੱਖੀ ਜੀਵਨ ਦੇ ਵਿਕਾਸ ਦੇ ਨਾਲ ਨਾਲ ਇਹਨਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਅਲੰਕਾਰ ਦੀ ਗਿਣਤੀ ਬਾਰੇ ਸਾਰੇ ਵਿਦਵਾਨ ਭਾਵੇਂ ਇੱਕ ਮਤ ਨਹੀਂ, ਪਰ ਇਹਨਾਂ ਦੇ ਹੇਠ ਲਿਖੇ 3 ਪ੍ਰਕਾਰਾਂ ਬਾਰੇ ਸਾਰੇ ਵਿਦਵਾਨ ਇੱਕ ਮਤ ਹਨ। ਸੋ ਅਲੰਕਾਰਾਂ ਨੂੰ ਸਾਰੇ ਵਿਦਵਾਨ 3 ਪ੍ਰਕਾਰ ਦੇ ਹੀ ਮੰਨਦੇ ਹਨ: ਸ਼ਬਦ ਅਲੰਕਾਰ, ਅਰਥ ਅਲੰਕਾਰ ਤੇ ਸ਼ਬਦਾਰਥ ਅਲੰਕਾਰ। ਸ਼ਬਦ ਅਲੰਕਾਰ ਜਦੋਂ ਕਿਸੇ ਸ਼ਬਦ ਰਾਹੀਂ ਕਿਸੇ ਰਚਨਾ ਵਿੱਚ ਚਮਤਕਾਰ ਪੈਦਾ ਕੀਤਾ ਜਾਵੇ ਤਾਂ ਉੱਥੇ ਸ਼ਬਦ ਅਲੰਕਾਰ ਹੁੰਦਾ ਹੈ। ਇਸ ਦੀ ਸ਼੍ਰੇਣੀ ਦੇ ਵਿੱਚ ਅਸੀਂ ਉਪਮਾ, ਯਮਕ, ਸ਼ਲੇਸ਼, ਵਿਪਸਾ, ਵਕਰੋਕਤੀ, ਚਿੱਤਰ ਅਲੰਕਾਰ, ਪੁਨਰਕਤਵਾ ਦਾ ਭਾਸ ਅਤੇ ਆਦਿ ਅਲੰਕਾਰਾਂ ਨੂੰ ਰੱਖਦੇ ਹਾਂ। ਦੂਜਾ ਜਿਹੜਾ ਪ੍ਰਕਾਰ ਹੈ ਉਹ ਹੈ ਅਰਥ ਅਲੰਕਾਰ। ਜਦੋਂ ਚਮਤਕਾਰ ਅਰਥਾਂ ਵਿੱਚ ਲੁਕਿਆ ਹੁੰਦਾ, ਉੱਥੇ ਅਰਥ ਜਿਹੜਾ ਅਲੰਕਾਰ ਹੁੰਦਾ ਹੈ। ਇਸ ਵਿੱਚ ਕਿਸੇ ਸ਼ਬਦ ਦੀ ਥਾਂ ਤੇ ਉਸ ਦਾ ਸਮਾਨ ਅਰਥ ਸ਼ਬਦ ਰੱਖ ਦਿੱਤਾ ਜਾਂਦਾ ਹੈ
ਤਾਂ ਉਸ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਹੀ ਚਮਤਕਾਰ ਜਿਹੜਾ ਹੈ ਉਹ ਰਹਿੰਦਾ ਹੈ। ਇਹਨਾਂ ਦੀ ਗਿਣਤੀ ਵੀ ਜਿਹੜੀ ਹੈ 100 ਦੇ ਕਰੀਬ ਦੱਸੀ ਗਈ ਹੈ। ਸੋ ਗਿਣਤੀ ਦਾ ਜਿਵੇਂ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਮਨੁੱਖੀ ਵਿਕਾਸ ਦੀ ਤਰ੍ਹਾਂ ਅਲੰਕਾਰਾਂ ਦੀ ਗਿਣਤੀ ਦੇ ਵਿੱਚ ਵੀ ਵਿਕਾਸ ਜ਼ਰੂਰ ਹੋਇਆ ਹੈ। ਇਸ ਦੇ ਵਿੱਚ ਅਸੀਂ ਸਮਾਨਤਾਮੂਲਕ, ਉਪਮਾ, ਰੂਪਕ, ਅਨਨਵੈ, ਅਪਹਨੁਤੀ, ਸੰਦੇਹ, ਅਰਥ ਸ਼ਲੇਸ਼, ਉਤਪ੍ਰੇਖਾ, ਸਮਾਸ਼ੋਕਤੀ, ਨਿਦਰਸ਼ਨਾ, ਭ੍ਰਾਂਤੀਮਾਨ, ਦੀਪਕ, ਵਿਆਜ ਸਤੁਤੀ, ਅਤਿਰੇਕ, ਦ੍ਰਿਸ਼ਟਾਂਤ, ਅਰਥਾਂਤਰੀ ਨਿਆਸ, ਅਤਿਸ਼ਯੋਕਤੀ, ਵਿਰੋਧਮੂਲਕ ਇਤਿਆਦਿ ਅਲੰਕਾਰਾਂ ਨੂੰ ਇਸ ਵੰਨਗੀ ਦੇ ਵਿੱਚ ਅਸੀਂ ਰੱਖਦੇ ਹਾਂ। ਤੀਜਾ ਅਲੰਕਾਰ ਜਿਹੜਾ ਹੈ ਉਭਿਆ ਅਲੰਕਾਰ, ਜਿਸ ਨੂੰ ਅਸੀਂ ਸ਼ਬਦਾਰਥ ਅਲੰਕਾਰ ਵੀ ਆਖਦੇ ਹਾਂ। ਇਹ ਕੀ ਜਿਹੜਾ ਅਲੰਕਾਰ ਹੈ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਅਲੰਕਾਰਾਂ ਦਾ ਜਿਹੜਾ ਮਿਸ਼ਰਿਤ ਰੂਪ ਹੋਏ ਉਸ ਨੂੰ ਅਸੀਂ ਉਭਿਆ ਅਲੰਕਾਰ ਆਖਦੇ ਹਾਂ। ਤੇ ਉਭਿਆ ਅਲੰਕਾਰ ਨੂੰ ਹੀ ਅਸੀਂ ਸ਼ਬਦਾਰਥ ਜਾਂ ਮਿਸ਼ਰਿਤ ਅਲੰਕਾਰ ਵੀ ਮੰਨਦੇ ਹਾਂ। ਇਸ ਦੀ ਉਦਾਹਰਣ ਹੈ, ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ। ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਰੂਪਕ ਅਲੰਕਾਰ ਹੈ ਤੇ ਇਸ ਦੇ ਇੱਕ ਵਾਕ ਦੇ ਵਿੱਚ ਸਾਨੂੰ ਦ੍ਰਿਸ਼ਟਾਂਤ ਅਲੰਕਾਰ ਵੀ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ। ਸੋ ਇੱਥੇ ਇਹ ਉਭੈ ਅਲੰਕਾਰ ਮੰਨਿਆ ਜਾਂਦਾ ਹੈ। ਅੱਗੇ ਚੱਲ ਕੇ ਸਮੀਖਿਆਕਾਰਾਂ ਨੇ ਅਲੰਕਾਰਾਂ ਦੇ ਸਰੂਪ, ਗੁਣ, ਧਰਮ ਅਤੇ ਸੁਭਾਅ ਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਵੱਖ-ਵੱਖ ਵਰਗਾਂ ਵਿੱਚ ਵੰਡਿਆ ਹੈ। ਇੱਥੇ ਸਾਰੇ ਅਲੰਕਾਰਾਂ ਦਾ ਸਰੂਪ ਨੂੰ ਪ੍ਰਸਤੁਤ ਕਰਨਾ ਅਸੰਭਵ ਹੋਣ ਕਰਕੇ ਅਸੀਂ ਆਪਣੇ BA 6ਵੇਂ ਸਮੈਸਟਰ ਦੇ ਸਿਲੇਬਸ ਦੇ ਵਿੱਚ ਆਏ ਹੋਏ ਇਨ 10 ਅਲੰਕਾਰਾਂ ਦਾ ਜਿਹੜਾ ਹੈ ਉਹ ਵਰਣਨ ਕਰਾਂਗੇ ਸੰਖੇਪ ਰੂਪ ਦੇ ਵਿੱਚ। ਇਹ 10 ਅਲੰਕਾਰ ਨੇ ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸ਼ਟਾਂਤ, ਅਤਕਥਨੀ, ਵਿਰੋਧ, ਵਕਰੋਕਤੀ, ਲੇਸ਼, ਪ੍ਰੋਡੋਕਤੀ, ਲਕੋਕਤੀ। ਅਨੁਪ੍ਰਾਸ ਜਿਹੜਾ ਹੈ ਉਹ 3 ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਅਨੂ ਜਮਾ ਪ੍ਰ ਜਮਾ ਆਸ। ਇਹਨਾਂ ਦਾ ਅਰਥ ਹੈ ਕਿ ਜਿੱਥੇ ਵਰਨਾਂ ਦੀ ਜਿਹੜੀ ਸਮਾਨਤਾ ਹੋਵੇ, ਭਾਵੇਂ ਸਵਰਾਂ ਦੀ ਸਮਾਨਤਾ ਹੋਵੇ ਭਾਵੇਂ ਨਾ ਹੋਵੇ, ਵਰਨਾਂ ਦੀ ਵਾਰ-ਵਾਰ ਇੱਕ ਹੀ ਕ੍ਰਮ ਵਿੱਚ ਨਿਕਟ ਵਰਤੋਂ ਨੂੰ ਅਸੀਂ ਅਨੁਪ੍ਰਾਸ ਆਖਦੇ ਹਾਂ। ਔਰ ਇਹ ਅਲੰਕਾਰ ਜਿਹੜਾ ਹੈ ਉਹ 5 ਪ੍ਰਕਾਰ ਦਾ ਹੁੰਦਾ ਹੈ। ਸਭ ਤੋਂ ਪਹਿਲਾਂ ਹੈ ਛੇਕ ਅਨੁਪ੍ਰਾਸ, ਜਿੱਥੇ ਇੱਕ ਅੱਖਰ ਸ਼ਬਦਾਂ ਦੇ ਆਰੰਭ ਤੋਂ ਮੱਧ ਵਿੱਚ ਕਈ ਵਾਰ ਵਰਤਿਆ ਜਾਵੇ, ਉੱਥੇ ਉਸ ਨੂੰ ਅਸੀਂ ਛੇਕ ਅਨੁਪ੍ਰਾਸ ਆਖਦੇ ਹਾਂ। ਜਿਵੇਂ ਪਰਮ ਪੁਰਖ, ਪਰਮੇਸ਼ਰ, ਸੁਆਮੀ, ਪਾਵਨ, ਪਾਉਣ, ਆਹਾਰੀ। ਇੱਥੇ ਪ ਜਿਹੜੀ ਅੱਖਰ ਹੈ ਉਹ ਸ਼ਬਦ ਦੇ ਵਿੱਚ ਵਾਰ-ਵਾਰ ਵਰਤਿਆ ਗਿਆ ਹੈ। ਅਗਲਾ ਅਲੰਕਾਰ ਹੈ ਵਿਰਤੀ ਅਨੁਪ੍ਰਾਸ। ਜਦੋਂ ਇੱਕ ਜਾਂ ਕੁਝ ਅੱਖਰ, ਪਹਿਲੇ ਦੇ ਵਿੱਚ ਇੱਕ ਅੱਖਰ ਸੀ, ਹੁਣ ਇਹਦੇ ਵਿੱਚ ਇੱਕ ਤੋਂ ਵੱਧ ਵੀ ਇੱਕ ਜਾਂ ਕੁਝ ਅੱਖਰ ਸ਼ਬਦਾਂ ਦੇ ਅਖੀਰ ਵਿੱਚ ਆ ਕੇ ਲੈ ਪੈਦਾ ਕਰਦੇ ਹਨ। ਜਿਵੇਂ ਦਰਸ਼ਨ, ਪਰਸਨ, ਸਰਸਨ, ਹਰਸਨ, ਰੰਗ ਰੰਗੀ, ਕਰਤਾਰੀ। ਇੱਥੇ ਜਿਹੜਾ ਅਰਸਨ, ਅਰਸਨ, ਉਹ ਸਾਰਿਆਂ ਦੇ ਵਿੱਚ ਰਸਨ ਪੂਰੇ ਦਾ ਪੂਰਾ 3 ਜਿਹੜੇ ਅੱਖਰ ਨੇ ਉਹ ਵਾਰ-ਵਾਰ ਇੱਕ ਸੰਗੀਤ ਇਸ ਵਾਕ ਦੇ ਵਿੱਚ ਪੈਦਾ ਕਰਦੇ ਹਨ। ਤੀਸਰਾ ਹੈ ਸੂਤਰੀ ਅਨੁਪ੍ਰਾਸ, ਜਿੱਥੇ ਇੱਕੋ ਉਚਾਰਨ ਸਥਾਨ ਤੋਂ ਉਚਾਰੇ ਜਾਣ ਵਾਲੇ ਅੱਖਰਾਂ ਦੀ ਜਿਹੜੀ ਵਰਤੋਂ ਹੁੰਦੀ ਹੈ। ਭਾਵ ਜਿਵੇਂ ਕੰਠੀ ਧੁਨੀ ਹੈ, ਹੋਠੀ ਧੁਨੀਆਂ, ਸਾਰੀਆਂ ਜਿਹੜੇ ਸਾਡੇ ਪੰਜਾਬੀ ਦੇ 35 ਅੱਖਰਾਂ ਦੇ ਅਸੀਂ 7 ਵਰਗ ਇੱਕ ਟੋਲੀਆਂ ਨੂੰ ਵੰਡ ਕੇ ਕਵਰਗ, ਐਚ ਵਰਗ, ਟਵਰਗ, ਤਵਰਗ, ਪਵਰਗ, ਇਹਨਾਂ ਟੋਲੀਆਂ ਦੇ ਵਿੱਚ ਜਦੋਂ ਕਿਸੇ ਇੱਕ ਟੋਲੀ ਨੂੰ ਹੀ ਪੂਰੇ ਵਾਕ ਦੇ ਵਿੱਚ ਵਰਤਿਆ ਜਾਵੇ, ਜਿਵੇਂ ਕਾਂ, ਖਾ, ਗਿਆ, ਘੜੇ ਵਿੱਚੋਂ ਗੋਲੀਆਂ, ਇੱਥੇ ਕ, ਖ, ਗ, ਕ ਦੀ ਜਿਹੜੀ ਉਹ ਲੜੀ ਬਣੀ ਹੋਈ ਸਾਨੂੰ ਮਿਲਦੀ ਹੈ। ਚੌਥਾ ਹੈ ਲਾਟ ਅਨੁਪ੍ਰਾਸ। ਜਦੋਂ ਕਿਸੇ ਤੁਕ ਵਿੱਚ ਸ਼ਬਦ ਤਾਂ ਉਹੀ ਹੋਣ ਪਰ ਵਿਸ਼ਰਾਮ ਕਰਕੇ ਉਹਨਾਂ ਦਾ ਜਿਹੜਾ ਵਿਸ਼ਰਾਮ ਚਿੰਨ੍ਹ ਅਸੀਂ ਲਾਉਂਦੇ ਹਾਂ ਉਸ ਦੇ ਨਾਲ ਉਹਦਾ ਅਰਥ ਬਦਲ ਜਾਂਦਾ ਹੈ, ਤਾਂ ਉੱਥੇ ਲਾਟ ਅਨੁਪ੍ਰਾਸ ਹੁੰਦਾ। ਜਿੱਥੇ ਜਿਵੇਂ ਗੁਰ ਸ਼ਰਨ ਆਵੇ ਨਹੀਂ, ਕੋਮਾ ਇੱਥੇ ਲੱਗਿਆ, ਲਾਗੇ ਦੁੱਖ ਪੀੜ। ਭਾਵ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ ਉਸ ਨੂੰ ਕੀ ਲੱਗਦੀ ਹੈ? ਦੁੱਖ ਪੀੜ ਲੱਗਦੀ ਹੈ। ਪਰ ਅਗਲੇ ਹੀ ਬੰਦ ਦੇ ਵਿੱਚ, ਅਗਲੀ ਲਾਈਨ ਦੇ ਵਿੱਚ ਲਿਖਿਆ ਉਹਨਾਂ ਨੇ ਜਿਹੜਾ ਕੌਮ ਆ, ਸੇਮ
ਤੀਸਰੇ ਸ਼ਬਦ ਤੋਂ ਬਾਅਦ ਗੁਰ ਸ਼ਰਨ ਆਵੈ ਕੌਮਾ ਨਹੀਂ ਲੱਗਿਆ ਦੁੱਖ ਪੀੜ। ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਂਦਾ ਉਸ ਨੂੰ ਦੁੱਖ ਪੀੜ ਨਹੀਂ ਲੱਗਦੀ। ਅਖੀਰਲਾ ਸਾਡੇ ਕੋਲ ਹੈ ਅੰਤ ਅਨੁਪਰਾਸ, ਜਿੱਥੇ ਤੁਕਾਂ ਦੇ ਅੰਤ ਦੇ ਵਿੱਚ ਤੁਕਾਂਤ ਮਿਲਦਾ ਹੋਵੇ। ਤੁਕਾਂਤ ਉਸਨੂੰ ਅਸੀਂ ਅੰਤ ਅਨੁਪਰਾਸ ਕਹਿੰਦੇ ਹਾਂ। ਜਿਵੇਂ ਦਰਸ਼ਨ ਪਾਵਾਂ ਜੇ ਤੁਧ ਭਾਵਾਂ, ਪਾਏ ਭਗਤ ਸਾਚੇ ਗੁਣ ਗਾਵਾਂ। ਇੱਥੇ ਪਹਿਲੇ ਤੁਧ ਭਾਵਾਂ ਔਰ ਗੁਣ ਗਾਵਾਂ ਦਾ ਜਿਹੜਾ ਤੁਕਾਂਤ ਸਾਨੂੰ ਮਿਲਦਾ ਹੈ। ਅਗਲਾ ਅਲੰਕਾਰ ਹੈ ਉਪਮਾ ਅਲੰਕਾਰ। ਉਪਮਾ ਅਲੰਕਾਰ ਉਪਮਾ ਸ਼ਬਦ ਉਪ ਅਤੇ ਮਾਂ ਜੋੜ ਨਾਲ ਬਣਿਆ ਹੈ, ਜਿਸ ਦਾ ਅਰਥ ਹੁੰਦਾ ਨੇੜੇ ਕਰਕੇ ਰੱਖ ਕੇ ਵੇਖਣਾ। ਉਪਮਾ ਅਲੰਕਾਰ ਜਿਹੜਾ ਹੈ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਦੇ ਵਿੱਚ ਜਿਵੇਂ ਜੈਸੇ ਸ਼ਬਦ ਦੀ ਵਰਤੋਂ ਜਿਹੜੀ ਆ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਉਪਮਾ ਅਲੰਕਾਰ ਦੇ ਵਿੱਚ 4 ਜ਼ਰੂਰੀ ਤੱਤ ਹੁੰਦੇ ਹਨ। ਉਪਮੇ, ਉਪਮਾਨ। ਉਪਮੇ ਪ੍ਰੈਜ਼ੈਂਟ ਜਿਵੇਂ ਪਹਿਲਾ, ਔਰ ਉਪਮਾਨ ਜਿਸ ਦੇ ਨਾਲ ਤੁਲਨਾ, ਸਧਾਰਨ ਧਰਮ ਦੋਵਾਂ ਦੇ ਵਿੱਚ ਸਮਾਨਤਾ ਅਤੇ ਵਾਚਕ ਚੌਥਾ। ਇਹਨਾਂ ਦੇ 4 ਹੀ ਗੁਣ ਜਿਹਦੇ ਵਿੱਚ ਹੋਣ ਉਹ ਪੂਰਾ ਉਪਮਾ ਅਲੰਕਾਰ ਹੁੰਦਾ ਹੈ। ਇਸ ਦੇ ਵਿੱਚ ਜਿਹੜੇ ਆ ਉਹ 5 ਪ੍ਰਕਾਰ ਹੁੰਦੇ। ਇਸ ਦੇ ਵੀ ਪਹਿਲੀ ਪੂਰਨ ਉਪਮਾ, ਜਿਹਦੇ ਵਿੱਚ ਇਹ 4 ਅੰਗ ਪੂਰਨ ਰੂਪ ਦੇ ਵਿੱਚ ਵਿਦਵਾਨ ਹੋਣ, ਉਸਨੂੰ ਅਸੀਂ ਪੂਰਨ ਉਪਮਾ ਆਖਦੇ ਹਾਂ। ਜਿਵੇਂ ਕੱਦ ਸਰੂ ਸਮ ਲੰਮਾ। ਔਰ ਉਸ ਤੋਂ ਬਾਅਦ ਲੁਪਤ ਉਪਮਾ, ਜਿਸ ਉਪਮਾ ਦੇ ਵਿੱਚ ਇਹਨਾਂ 4 ਰੰਗਾਂ ਦੇ ਵਿੱਚੋਂ ਇੱਕ ਅੰਗ ਦੀ ਕੋਈ ਅਣਹੋਂਦ ਹੋਵੇ। ਜਿਵੇਂ ਪੀਂਘਾਂ ਵਾਂਗਰ ਕੱਦ ਉਹਨਾਂ ਦੇ, ਕਿਹਨਾਂ ਦੇ। ਇੱਥੇ ਪ੍ਰਸ਼ਨਵਾਚਕ ਅਸੀਂ ਅਗਰ ਰੱਖਦੇ ਹਾਂ ਕਿਹਨਾਂ ਦੇ, ਇਸ ਨੂੰ ਅਸੀਂ ਖਾਲੀ ਸਥਾਨ ਰੱਖਦੇ ਹਾਂ ਤਾਂ ਉਹਦੇ ਵਿੱਚ ਮੁਟਿਆਰਾਂ ਦੇ ਲੱਗ ਕੇ ਪੂਰਾ ਬਣਨਾ ਸੀ। ਤੀਜਾ ਹੈ ਮਾਲ ਉਪਮਾ ਜਾਂ ਬਹੁ ਉਪਮਾ, ਜਿਹਦੇ ਵਿੱਚ ਉਪਮਾਵਾਂ ਦੀ ਜਿਹੜੀ ਹੈ ਗਿਣਤੀ ਵੱਧ ਜਾਂਦੀ ਹੈ, ਜਿੱਥੇ ਇੱਕ ਉਪਮੇ ਨਾਲੋਂ ਬਹੁਤੇ ਜ਼ਿਆਦਾ ਉਪਮਾਨ ਵਰਤੇ ਜਾਣ। ਮੁੱਖ ਖਿੜਿਆ ਵਾਂਗ ਗੁਲਾਬ ਦੇ ਸੋਹਣਾ ਜ਼ਿਕਰ ਚੰਦ। ਮੁੱਖ ਗੁਲਾਬ ਵਰਗਾ ਵੀ ਹੈ ਤੇ ਸੋਹਣੇ ਚੰਦ ਵਰਗਾ ਵੀ ਹੈ। ਰਸਨ ਉਪਮਾ ਜਾਂ ਸੰਗਲੀ ਵੱਤ ਉਪਮਾ, ਜਿੱਥੇ ਇੱਕ ਲੜੀ ਬਣਦੀ ਹੈ, ਇੱਕ ਕੰਟੀਨਿਊਟੀ ਬਣਦੀ ਹੈ। ਜਿਵੇਂ ਵੀਰ ਗੱਜਦੇ ਨੇ ਸ਼ੇਰ ਵਾਂਗ। ਸ਼ੇਰ ਸੰਡੇ ਦੇ ਆਕਾਰ ਦੇ, ਸੰਡੇ ਵੀ ਉਹ ਹਾਥੀ ਵਾਂਗ ਵੱਡੇ ਵੱਡੇ, ਹਾਥੀ ਵੀ ਨੇ ਵਾਂਗਰਾਂ ਪਹਾੜ ਦੇ। ਇੱਥੇ ਵੀਰ ਸਾਡੇ ਸ਼ੇਰਾਂ ਵਰਗੇ ਨੇ ਤੇ ਸ਼ੇਰ ਸੰਡਿਆਂ ਵਰਗੇ ਨੇ, ਸੰਡੇ ਹਾਥੀਆਂ ਵਰਗੇ ਨੇ ਤੇ ਹਾਥੀ ਵੀ ਪਹਾੜਾਂ ਵਰਗੇ ਹੁੰਦੇ ਹਨ। ਉਪਮੇ ਉਪਮਾਨ, ਇਹ 5ਵੀਂ ਅੰਤਮ ਜਿਹੜਾ ਉਪਮਾ ਦਾ ਪ੍ਰਕਾਰ ਹੈ, ਜਿੱਥੇ ਇੱਕ ਉਪਮਾ ਦੇ ਉਪਮੇ ਨੂੰ ਦੂਜੀ ਦਾ ਉਪਮਾਨ ਤੇ ਉਪਮਾਨ ਨੂੰ ਉਪਮੇ ਬਣਾਇਆ ਜਾਵੇ। ਜਿਵੇਂ ਗੋਬਿੰਦ ਸਮ ਗੁਰੂ ਜਾਣ। ਪਹਿਲਾਂ ਤਾਂ ਕਹਿੰਦੇ ਗੋਬਿੰਦ ਨੂੰ ਗੁਰੂ ਦੇ ਸਮਾਨ ਜਿਹੜਾ ਹੈ ਗੁਰੂ ਜਾਣ, ਔਰ ਗੋਬਿੰਦ ਗੁਰੂ ਸਮ ਜਾਣੀਏ, ਔਰ ਦੂਸਰੀ ਦੇ ਵਿੱਚ ਗੋਬਿੰਦ ਨੂੰ ਗੁਰੂ ਦੇ ਸਮਾਨ ਜਾਣੀਏ। ਅਗਲਾ ਹੈ ਰੂਪਕ। ਰੂਪਕ ਦਾ ਅਰਥ ਹੈ ਰੂਪ ਜਮਕ, ਰੂਪ ਧਾਰਨ ਕਰਨ ਵਾਲਾ, ਭਾਵ ਜਿੱਥੇ ਇੱਕ ਜਿਹੜਾ ਦੂਸਰੇ ਦਾ ਰੂਪ ਧਾਰ ਲੈਂਦਾ ਹੈ। ਔਰ ਇਸ ਦੇ ਵਿੱਚ ਜਿਵੇਂ ਅੱਜ ਫੇਰ ਤਾਰੇ ਕਹਿ ਗਏ, ਉਮਰਾਂ ਦੇ ਮਹਿਲੀ ਅਜੇ ਵੀ ਹੁਸਨਾਂ ਦੇ ਦੀਵੇ ਬਲ ਰਹੇ। ਇੱਥੇ ਤਾਰੇ ਜਿਹੜੇ ਹੈ ਉਹ ਦੀਵਿਆਂ ਦੇ ਨਾਲ ਉਹਨਾਂ ਦਾ ਰੂਪ ਪੇਸ਼ ਬਣਾ ਕੇ ਪੇਸ਼ ਕੀਤਾ ਗਿਆ ਹੈ। ਇੱਥੇ ਰੂਪਕ ਵੀ ਜਿਹੜਾ ਉਹ 2 ਪ੍ਰਕਾਰ ਦਾ ਹੁੰਦਾ, ਇੱਕ ਅਭੇਦ ਰੂਪਕ ਤੇ ਦੂਸਰਾ ਤਦ ਰੂਪ ਰੂਪਕ। ਅੱਗੇ ਇਹਨਾਂ ਰੂਪਾਂ ਦੀਆਂ ਹੀ ਜਿਹੜੀਆਂ ਨੇ ਉਹ 3 ਹੋਰ ਕਿਸਮਾਂ ਹੁੰਦੀਆਂ ਨੇ। ਜਿਹੜਾ ਪਹਿਲਾ ਅਭੇਦ ਰੂਪਕ, ਅਭੇਦ ਦਾ ਅਰਥ ਹੁੰਦਾ ਇੱਕ ਮਿੱਕ ਹੋ ਜਾਣਾ। ਜਿਵੇਂ ਦੁੱਧ ਦੇ ਵਿੱਚ ਪਾਣੀ ਇੱਕ ਮਿੱਕ ਹੋ ਜਾਂਦਾ। ਔਰ ਅਭੇਦ ਰੂਪਕ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਜਿੱਥੇ ਉਪਮੇ ਅਤੇ ਉਪਮਾਨ ਇੱਕ ਦੂਜੇ ਦੇ ਵਿੱਚ ਪੂਰਨ ਰੂਪ ਦੇ ਵਿੱਚ ਅਭੇਦ ਹੋ ਜਾਣ। ਦਇਆ ਕਪਾਹ ਸੰਤੋਖ ਸੁੱਤ ਆਪਸ ਦੇ ਵਿੱਚ ਮਿਲੇ ਹੋਏ। ਤਦ ਰੂਪ ਰੂਪਕ, ਜਿੱਥੇ ਉਪਮੇ ਨੂੰ ਉਪਮਾਨ ਦੇ ਇੱਕ ਰੂਪ ਮੰਨ ਕੇ ਨਾਲ ਹੀ ਵੱਖ ਵੀ ਦੱਸਿਆ ਜਾਵੇ। ਜਿਵੇਂ ਦਾਰਾ ਸਿੰਘ ਦੂਜਾ ਕੀਕਰ ਸਿੰਘ ਹੈ, ਭਾਵ ਦਾਰਾ ਸਿੰਘ ਔਰ ਕੀਕਰ ਸਿੰਘ 2 ਵੱਖਰੇ ਵੱਖਰੇ ਨੇ ਪਰ ਇਹਨਾਂ ਦੇ ਵਿੱਚ ਸਮਾਨਤਾ ਦਰਸਾਈ ਗਈ ਹੈ। ਸਮ ਅਭੇਦ ਰੂਪਕ, ਜਿੱਥੇ ਉਪਮੇ ਨੂੰ ਪੂਰਨ ਤੌਰ ਤੇ ਉਪਮਾਨ ਦੇ ਬਰਾਬਰ ਕਿਹਾ ਜਾਵੇ। ਜਿਵੇਂ ਮੁੰਦਾ ਸੰਤੋਖ, ਸ਼ਰਮਪਤ ਝੋਲੀ ਧਿਆਨ ਕੀ ਕਰੇ। ਇਹ ਪਹਿਲੇ ਦੀ ਤਰ੍ਹਾਂ ਕਿ ਦੋਨਾਂ ਦੇ ਵਿੱਚ ਅਭੇਦਤਾ ਜਿਹੜੀ ਹੈਗੀ ਆ ਉਹ ਬਰਾਬਰ ਰੂਪ ਦੇ ਵਿੱਚ ਪੇਸ਼ ਕੀਤੀ ਗਈ ਹੈ। ਅਗਲਾ ਹੈ ਅਧਿਕ ਅਭੇਦ ਰੂਪਕ, ਜਿੱਥੇ ਉਪਮੇ ਤੇ ਉਪਮਾਨ ਦਾ ਰੂਪ ਦੱਸ ਕੇ ਨਾਲ ਹੀ ਉਸ ਵਿੱਚ ਕੁਝ ਵਡੇਰਾ ਗੁਣ ਵੀ ਜਿਹੜਾ ਉਹ ਦੱਸਿਆ ਜਾਂਦਾ। ਜਿਵੇਂ
ਗੱਭਰੂ ਸੁੰਦਰ ਸਰੂ ਦਾ ਬੂਟਾ ਨਾਲ ਮਟਕਦੇ ਤੁਰਦਾ। ਇਹ ਜਿਹੜਾ ਗੱਭਰੂ ਹੈ ਉਹ ਸੁੰਦਰ ਸਰੂ ਦੇ ਬੂਟੇ ਦੇ ਸਮਾਨ ਵੀ ਹੈ, ਪਰ ਇਹ ਮਟਕ ਕੇ ਚੱਲਦਾ ਵੀ ਹੈ। ਫਿਰ ਨਿਊਨ ਅਭੇਦ ਰੂਪਕ, ਨਿਊਨ ਦਾ ਅਰਥ ਹੁੰਦਾ ਘੱਟ, ਜਿੱਥੇ ਉਪਮੇ ਤੇ ਉਪਮਾਨ ਦੀ ਸਮਾਨਤਾ ਦਾ ਦੱਸ ਕੇ ਨਾਲ ਦੇ ਨਾਲ ਉਹਨਾਂ ਦੀ ਜਿਹੜੀ ਨਿਊਨਤਾ ਉਹ ਵੀ ਦੱਸੀ ਜਾਏ। ਜਿਵੇਂ ਖੰਭਾਂ ਬਿਨ ਪੰਛੀ ਹੈ ਸ਼੍ਰੀ ਦਸ਼ਮੇਸ਼ ਦਾ ਘੋੜਾ। ਪੰਛੀ ਜਿਹੜਾ ਹੈ ਉਹ ਖੰਭਾਂ ਤੋਂ ਬਿਨਾਂ ਨਹੀਂ ਹੁੰਦਾ, ਪਰ ਦਸ਼ਮੇਸ਼ ਜੀ ਦਾ ਘੋੜਾ ਬਿਨਾਂ ਖੰਭਾਂ ਤੋਂ ਹੀ ਪੰਛੀ ਦੇ ਸਮਾਨ ਜਿਹੜਾ ਹੈ ਦਰਸਾਇਆ ਗਿਆ ਹੈ। ਸਮ ਤਦ ਰੂਪ ਰੂਪਕ, ਜਦੋਂ ਉਪਮੇ ਤੇ ਉਪਮਾਨ ਨੂੰ ਇੱਕ ਰੂਪ ਵੀ ਦੱਸਿਆ ਜਾਵੇ ਤੇ ਵੱਖ ਵੀ ਜਿਹੜਾ ਹੈ ਪ੍ਰਗਟ ਕੀਤਾ ਜਾਵੇ, ਵੱਖਰਾ ਵੀ। ਪਹਿਲੇ ਦੇ ਵਿੱਚ ਤਾਂ ਪਿੱਛੇ ਅਸੀਂ ਜਿਹੜੀ ਗੱਲ ਕਰੀ ਦਾਰਾ ਸਿੰਘ ਤੇ ਕੀਕਰ ਸਿੰਘ ਦੇ ਵਿੱਚ ਸਮਾਨਤਾ ਦਰਸਾਈ ਗਈ, ਦੋਵੇਂ ਵੱਖਰੇ ਨੇ, ਪਰ ਇੱਥੇ ਜਿਹੜਾ ਹੈ ਕਿ ਬਰਾਬਰ ਤਾਂ ਦਰਸਾਏ ਗਏ ਨੇ ਪਰ ਇੱਕ ਦੂਸਰੇ ਤੋਂ ਵੱਖ ਵੀ ਨੇ। ਪੀਆ ਚੰਦ ਜਾਂ ਕੋਲ ਬੈਠਾ, ਇੱਥੇ ਕਹਿੰਦੇ ਪੀਆ ਪ੍ਰੀਤਮ, ਜਦੋਂ ਚੰਦ ਦਾ ਰੂਪ ਮੇਰੇ ਕੋਲ ਬੈਠਾ, ਹੋਰ ਚੰਦ ਦੀ ਫੇਰ ਲੋੜ ਕੀ ਹੈ? ਆਪਣੇ ਪੀਆ ਨੂੰ ਹੀ ਚੰਦ ਦੇ ਸਮਾਨ ਦਰਸਾਇਆ ਗਿਆ ਹੈ, ਫਿਰ ਉਸ ਦੇ ਸਮਾਨ ਭਾਵ ਹੋਰ ਚੰਦਰਮਾ ਕੋਈ ਨਹੀਂ ਹੋ ਸਕਦਾ। ਅਧਿਕ ਤਦ ਰੂਪ ਰੂਪਕ, ਇਹਦੇ ਵਿੱਚ ਵੀ ਉਪਮੇ ਨੂੰ ਉਪਮਾਨ ਦਾ ਰੂਪ ਕਹਿ ਕੇ ਉਸ ਨਾਲੋਂ ਜਿਹੜਾ ਹੈ ਬੜਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਦੀ ਵਿਸ਼ੇਸ਼ਤਾ ਨੂੰ ਦਰਸਾਇਆ ਜਾਂਦਾ ਹੈ। ਨਾਮ ਦਾਰੂ ਹੈ, ਦਾਰੂ ਤੋਂ ਕਿਤੇ ਵੱਧ ਕੇ ਖੁਮਾਰੀ ਚੜੀ ਇਸ ਦੀ ਦਿਨ ਰਾਤ ਰਹਿੰਦੀ। ਜਿਹੜੇ ਨਾਮ ਹੈ ਉਹ ਦਾਰੂ ਦਾ ਕੰਮ ਕਰਦਾ, ਦਵਾਈ ਦਾ ਕੰਮ ਕਰਦਾ, ਦਵਾਈ ਤੋਂ ਵੀ ਕਿਤੇ ਵੱਧ ਇਸ ਦੀ ਜਿਹੜੀ ਖੁਮਾਰੀ ਭਾਵ ਨਸ਼ਾ ਉਹ ਸਦਾ ਹੀ ਦਿਨ ਰਾਤ ਚੜਿਆ ਰਹਿੰਦਾ ਹੈ। ਨਿਊਨ ਤਦ ਰੂਪ ਰੂਪਕ, ਇੱਥੇ ਫੇਰ ਉਹੀ ਜਿਹੜੇ ਉਪਮੇ ਨੂੰ ਉਪਮਾਨ ਇੱਕ ਰੂਪ ਮੰਨ ਕੇ ਕਿਸੇ ਨਿਊਨਤਾ ਕਾਰਨ ਵੱਖ ਵੀ ਜਿਹੜਾ ਵੱਖਰਾ ਵੀ ਕੀਤਾ ਜਾਂਦਾ ਹੈ। ਲੱਟ ਲੱਟ ਬਲਦੀ ਜੋਤ ਹੈ ਪ੍ਰੇਮ ਮੇਰਾ, ਜਿਹੜਾ ਮੇਰਾ ਪਿਆਰ ਹੈ ਉਹ ਲੱਟ ਲੱਟ ਬਲਦੀ ਹੋਈ ਜੋਤ ਦੇ ਸਮਾਨ ਹੈ। ਜੋਤ ਜਿਹੜੀ ਇਹ ਚਾਨਣ ਦਿੰਦੀ ਹੈ, ਪਰ ਇਹ ਦੇਮ ਦੀ ਕਿਸੇ ਨੂੰ ਲੋ ਨਹੀਂ, ਇਹ ਅਜਿਹੀ ਜੋਤ ਹੈ ਜਿਸ ਤੋਂ ਕਿਸੇ ਨੂੰ ਪ੍ਰਕਾਸ਼ ਨਹੀਂ ਮਿਲਦਾ। ਅਗਲਾ ਹੈ ਦ੍ਰਿਸ਼ਟਾਂਤ ਅਲੰਕਾਰ। ਦ੍ਰਿਸ਼ਟਾਂਤ ਅਲੰਕਾਰ ਹੁੰਦਾ ਜਿੱਥੇ ਕਿਸੇ ਵੀ ਗੱਲ ਨੂੰ, ਦ੍ਰਿਸ਼ਟਾਂਤ ਦਾ ਜਿਹੜਾ ਸ਼ਾਬਦਿਕ ਅਰਥ ਹੁੰਦਾ ਉਹਦਾ ਉਦਾਹਰਣ। ਉਦਾਹਰਣ ਜਦੋਂ ਅਸੀਂ ਕਿਸੇ ਨੂੰ ਗੱਲ ਸਮਝਾਉਂਦੇ ਹਾਂ ਤਾਂ ਇੱਕ ਉਦਾਹਰਣ ਦੇ ਨਾਲ ਅਗਰ ਕੋਈ ਨਹੀਂ ਮੰਨਦਾ, ਫਿਰ ਉਸਦੇ ਸਮਾਨਾਂਤਰ ਅਸੀਂ ਦੂਸਰੀ ਉਦਾਹਰਣ ਦਿੰਦੇ ਹਾਂ, ਤੀਸਰੀ ਉਦਾਹਰਣ ਦਿੰਦਾ। ਇਸ ਤਰੀਕੇ ਦੇ ਨਾਲ ਅਸੀਂ ਉਦਾਹਰਣਾਂ ਦੀ ਜਿਹੜੀ ਲੜੀ ਸ਼ੁਰੂ ਕਰ ਦਿੰਦੇ ਹਾਂ, ਉੱਥੇ ਉਸਨੂੰ ਅਸੀਂ ਦ੍ਰਿਸ਼ਟਾਂਤ ਅਲੰਕਾਰ ਆਖਦੇ ਹਾਂ। ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਅਲੰਕਾਰਾਂ ਦੀ ਜਿਹੜੀ ਵਰਤੋਂ ਬਹੁਤ ਵੱਧ ਆਪਣੀਆਂ ਅਧਿਆਤਮਕ ਵਾਰਾਂ ਦੇ ਵਿੱਚ ਕੀਤੀ ਹੈ। ਅਗਲਾ ਹੈ ਅਤਕਥਨੀ ਅਲੰਕਾਰ। ਅਤਕਥਨੀ ਜਿਹੜਾ ਹੈ, ਅਤ ਅਤੇ ਕਥਨੀ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਅਸੀਂ ਦੇਖ ਸਕਦੇ ਹਾਂ। ਇਹਨਾਂ ਦਾ ਅਰਥ ਹੁੰਦਾ ਕਿ ਬਹੁਤ ਵਧਾ ਚੜਾ ਕੇ ਕਿਸੇ ਵੀ ਗੱਲ ਨੂੰ ਮਸਾਲਾ ਲਗਾ ਕਰਕੇ ਪੇਸ਼ ਕਰਨਾ। ਕਵੀ ਕਿਸੇ ਵੀ ਜਦੋਂ ਰਚਨਾ ਨੂੰ ਬਿਆਨ ਕਰਦਾ ਉਸ ਦੇ ਵਿੱਚ ਕਿਸੇ ਦੀ ਬਹਾਦਰੀ ਦਾ ਗੁਣ, ਦਾਨਵੀਰਤਾ ਦਾ ਗੁਣ, ਵਿਛੋੜੇ ਦੇ ਦਰਦ ਨੂੰ ਇੰਨਾ ਵਧਾ ਚੜਾ ਕੇ ਪੇਸ਼ ਕਰਦਾ ਹੈ, ਉਸ ਨੂੰ ਅਸੀਂ ਅਤਕਥਨੀ ਅਲੰਕਾਰ ਆਖਦੇ ਹਾਂ। ਜਿਸ ਤਰੀਕੇ ਦੇ ਨਾਲ ਜੇ ਤੂੰ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ, ਤੇਰੇ ਲੱਕ ਨੂੰ ਪੇ ਕੜ ਵੱਲ ਮੋਈਏ, ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ, ਭਾਰ ਨਾਲ ਤੂੰ ਸੱਕੀ ਨਾ ਹੱਲ ਮੋਈਏ। ਭਾਵ ਜੇ ਮਹਿੰਦੀ ਵੀ ਹੈ, ਮਹਿੰਦੀ ਇਤਨੀ ਭਾਰੀ ਦਰਸਾਈ ਕਿ ਉਸ ਤੋਂ ਬਾਅਦ ਚੱਲਿਆ ਨਹੀਂ ਜਾਂਦਾ। ਇੱਥੇ ਦੋਵੇਂ ਹੀ ਜਿਹੜੀਆਂ ਅਤਕਥਨੀ ਅਲੰਕਾਰ ਦੇ ਉਦਾਹਰਨਾਂ ਨੇ। ਇਸੇ ਤਰੀਕੇ ਦੇ ਨਾਲ ਹੋਰ ਪੀਲੂ ਆਪਣੇ ਕੀਸੇ ਦੇ ਵਿੱਚ ਮਿਰਜ਼ੇ ਦੀ ਜਿਹੜੀ ਬਹਾਦਰੀ ਦਾ ਜ਼ਿਕਰ ਵੀ ਕਰਦਾ ਹੈ। ਮੇਰੀ ਬੱਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ, ਉੱਥੇ ਉਹ ਵੀ ਅਤਕਥਨੀ ਅਲੰਕਾਰ ਦੀ ਵਰਤੋਂ ਕਰਦਾ ਹੈ। ਵਿਰੋਧ ਅਲੰਕਾਰ, ਜਿਵੇਂ ਇਸ ਦੇ ਨਾਂ ਤੋਂ ਹੀ ਹੈ, ਵਿਰੋਧ ਦਾ ਅਰਥ ਹੁੰਦਾ ਉਲਟਾ, ਵਿਪਰੀਤ। ਜਿੱਥੇ ਕਿਸੇ ਚੀਜ਼ ਦੇ ਗੁਣ ਜਾਂ ਕੰਮ ਦਾ ਉਲਟਾ ਅਸਰ ਦੱਸਿਆ ਜਾਂਦਾ, ਉੱਥੇ ਉਸਨੂੰ ਅਸੀਂ ਵਿਰੋਧ ਅਲੰਕਾਰ ਆਖਦੇ ਹਾਂ। ਜਿਵੇਂ ਭਖ ਦੇ ਕੋਲਿਆਂ ਵਾਂਗ ਗੁਲਜ਼ਾਰ ਲੂਹੇ, ਡਾਢੀ ਪੁੱਠੀ ਤਾਸੀਰ ਜੁਦਾਈ ਦੀਏ। ਜਿਹੜੇ ਕੋਲੇ ਹੁੰਦੇ ਨੇ ਰੰਗ ਦੇ ਕਾਲੇ ਹੁੰਦੇ ਨੇ, ਔਰ ਕਾਲੇ ਜਦੋਂ ਗਰਮ ਹੋਣੇ ਸ਼ੁਰੂ ਹੁੰਦੇ ਨੇ ਤਾਂ ਉਹ ਗੁਲਜ਼ਾਰ ਬੜੇ ਖੂਬਸੂਰਤ ਲੱਗਦੇ ਨੇ, ਪਰ ਇਹ ਖੂਬਸੂਰਤੀ ਜਿਹੜੀ ਹੈ ਉਹ ਮਨ ਨੂੰ ਸਕੂਨ ਨਹੀਂ ਦਿੰਦੀ, ਸਗੋਂ ਮਨ ਨੂੰ ਦੁਖਾਂਦੀ ਹੈ, ਮਨ ਨੂੰ ਹੋਰ ਜਿਹੜੀ ਹੈ ਦਰਦ ਪੈਦਾ ਕਰਦੀ ਹੈ। ਇਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਗੁਣ ਹੈ ਉਹ ਵਿਰੋਧ ਬਣ ਕੇ ਪੇਸ਼ ਹੋਇਆ ਹੈ। ਵਕਰੋਕਤੀ ਅਲੰਕਾਰ, ਜਿਵੇਂ ਅਸੀਂ ਪਿੱਛੇ ਵੀ ਗੱਲ ਕੀਤੀ ਹੈ ਕਿ ਵਕਰੋਕਤੀ ਜਿਹੜਾ ਹੈ
ਭਾਰਤੀ ਕਾਵਿ ਸ਼ਾਸਤਰ ਦਾ ਇੱਕ ਸਿਧਾਂਤ ਹੈ। ਵਕਰੋਕਤੀ ਦਾ ਭਾਵ ਹੈ ਟੇਢਾ ਕਥਨ। ਕਿਸੇ ਵੀ ਗੱਲ ਨੂੰ ਜਦੋਂ ਅਸੀਂ ਸਿੱਧੇ ਰੂਪ ਦੇ ਵਿੱਚ ਨਾ ਕਹਿ ਕਰਕੇ ਵਿਅੰਗ ਦੀ ਭਾਸ਼ਾ ਦੇ ਵਿੱਚ ਤਾਨੇ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹਾਂ, ਉੱਥੇ ਉਸ ਨੂੰ ਅਸੀਂ ਵਕਰੋਕਤੀ ਅਲੰਕਾਰ ਕਹਿੰਦੇ ਹਾਂ। ਜਿਵੇਂ ਉਸ ਗੱਲ ਦੇ ਵਿੱਚ ਨਾ ਅਸੀਂ ਜਿਹੜਾ ਹੈ ਸ਼ਬਦਾਂ ਦੇ ਉੱਪਰ ਦਬਾਅ ਪਾ ਕਰਕੇ ਉਸ ਦੇ ਅਰਥ ਨੂੰ ਹੀ ਟੋਨ ਦੇ ਵਿੱਚ ਹੀ ਬਦਲ ਜਾਂਦੇ ਹਾਂ, ਉਸ ਨੂੰ ਅਸੀਂ ਵਕਰੋਕਤੀ ਅਲੰਕਾਰ ਆਖਦੇ ਹਾਂ। ਜਿਵੇਂ ਭਲੇ ਧੀਰ ਮੱਲ ਜੀ, ਭਲੇ ਧੀਰ ਮੱਲ ਜੀ, ਭਲੇ ਧੀਰ ਮੱਲ ਧੀਰ। ਇੱਥੇ ਧੀਰ ਮੱਲ ਜੀ ਤੋਂ ਬਾਅਦ ਪਹਿਲੇ ਤੋਂ ਅਸੀਂ ਵਿਸਮਿਕ ਚਿੰਨ੍ਹ ਲਾਇਆ, ਭਾਵ ਇੱਥੇ ਧੀਰ ਮੱਲ ਜੀ ਦੀ ਜਿਹੜੀ ਕਰਤੂਤ ਨੂੰ ਲਾਹਨਤ ਪਾਈ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਗੋਲੀ ਮਰਵਾਉਣ ਦਾ ਕੰਮ ਧੀਰ ਮੱਲ ਜੀ ਨੇ ਹੀ ਕੀਤਾ ਸੀ। ਅਗਲਾ ਹੈ ਲੇਸ਼ ਅਲੰਕਾਰ। ਜਿੱਥੇ ਗੁਣ ਦੇ ਵਿੱਚੋਂ ਦੋਸ਼ ਤੇ ਦੋਸ਼ ਦੇ ਵਿੱਚੋਂ ਗੁਣ ਨੂੰ ਲੱਭਿਆ ਜਾਏ, ਉੱਥੇ ਅਸੀਂ ਇਸ ਨੂੰ ਕਹਿੰਦੇ ਹਾਂ ਲੇਸ਼ ਅਲੰਕਾਰ। ਜਿਵੇਂ ਅਸੀਂ ਅਕਸਰ ਬੋਲਦੇ ਹਾਂ ਕਿ ਬਾਲ ਸਿਰ ਤੇ ਹੋਣਾ ਖੂਬਸੂਰਤੀ ਦੀ ਨਿਸ਼ਾਨੀ ਹੈ, ਪਰ ਜੇ ਸਿਰ ਤੋਂ ਬਾਲ ਉੱਡ ਜਾਣ, ਥੋੜੇ ਕਿਨਾਰਿਆਂ ਦੇ ਵਿੱਚ ਰਹਿਣ, ਫਿਰ ਅਸੀਂ ਉਸ ਨੂੰ ਕਹਿੰਦੇ ਹਾਂ ਗੰਜਾ। ਜਦ ਕਿ ਬਾਲ ਤਾਂ ਕੁਛ ਹੁੰਦੇ ਨੇ, ਪਰ ਇਹੀ ਜੇ ਦੋ ਬਾਲ ਸਾਡੇ ਦੁੱਧ ਦੇ ਵਿੱਚ ਰੋਟੀ ਦੇ ਵਿੱਚ ਆਣ ਤਾਂ ਅਸੀਂ ਉਸ ਨੂੰ ਰੋਟੀ ਦੇ ਵਿੱਚ ਜਾਂ ਦੁੱਧ ਦੇ ਵਿੱਚ ਬਾਲਾਂ ਦੀ ਭਰਮਾਰ ਮੰਨਦੇ ਹਾਂ। ਥੋੜੀ ਚੀਜ਼ ਦੇ ਵਿੱਚ ਬਹੁਤਾ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਭਾਵ ਗੁਣ ਨੂੰ ਦੋਸ਼ ਮੰਨਦੇ ਹਾਂ ਤੇ ਦੋਸ਼ ਨੂੰ ਗੁਣ ਮੰਨਣਾ, ਇਹ ਲੇਸ਼ ਅਲੰਕਾਰ। ਪ੍ਰੋਡੋਕਤੀ ਅਲੰਕਾਰ। ਜਿੱਥੇ ਕਿਸੇ ਅਜਿਹੀ ਚੀਜ਼ ਜਾਂ ਗੱਲ ਨੂੰ ਕਿਸੇ ਹੋਰ ਦਾ ਕਾਰਨ ਮੰਨ ਲਿਆ ਜਾਵੇ ਜਿਹੜੀ ਕਿ ਉਸਦਾ ਅਸਲ ਕਾਰਨ ਹੀ ਨਾ ਹੋਵੇ, ਉਸ ਨੂੰ ਅਸੀਂ ਪ੍ਰੋਡੋਕਤੀ ਅਲੰਕਾਰ ਕਹਿੰਦੇ ਹਾਂ। ਜਿਵੇਂ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹੋ ਜਾਲੀ। ਕਿ ਇਹ ਕੋਇਲ ਤੂੰ ਕਾਲੀ ਕਿਉਂ ਹੈ, ਪਰ ਉਸਦਾ ਕਾਰਨ ਦੱਸਦਾ ਕਿ ਆਪਣੇ ਪ੍ਰਤੀ ਦੇ ਪ੍ਰੀਤਮ ਦੇ ਵਿਛੋੜੇ ਦੇ ਵਿੱਚ ਇਹ ਸੜ ਕੇ ਕਾਲੀ ਹੋਈ ਹੈ, ਜਦ ਕਿ ਇਸ ਦਾ ਅਸਲ ਕਾਰਨ ਇਹ ਨਹੀਂ ਹੈ। ਅਗਲਾ ਹੈ ਅਖੀਰਲਾ ਜਿਹੜਾ ਅਲੰਕਾਰ ਹੈ ਸਾਡਾ ਲਕੋਕਤੀ ਅਲੰਕਾਰ। ਲਕੋਕਤੀ ਦਾ ਅਰਥ ਹੁੰਦਾ ਅਖਾਣ, ਕਹਾਵਤ, ਅਖੌਂਤ, ਇਸ ਨੂੰ ਕਹਿੰਦੇ। ਇਹ ਲੋਕ ਜ਼ਬਾਨਾਂ ਰਾਹੀਂ ਲੋਕਾਂ ਦੇ ਮੂੰਹਾਂ ਤੇ ਚੜ੍ਹ ਕੇ ਪੀੜ੍ਹੀ ਦਰ ਪੀੜ੍ਹੀ ਸਦਾ ਚੱਲਦੀ ਰਹਿੰਦੀ ਹੈ। ਇਸ ਦੇ ਪਿੱਛੇ ਜਿਹੜਾ ਵਿਸ਼ਵਾਸ ਨਹੀਂ, ਬਹੁਤ ਜ਼ਿਆਦਾ ਅਨੁਭਵ ਜਿਹੜਾ ਹੈ ਉਹ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਅਲੰਕਾਰਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਵਰਤੀਆਂ, ਔਰ ਵਾਰਿਸ ਦੀ ਵੀ ਜਦੋਂ ਅਸੀਂ ਹੀਰ ਦਾ ਕਿਸੇ ਨੂੰ ਪੜ੍ਹਦੇ ਹਾਂ ਉਸ ਦੇ ਵਿੱਚੋਂ ਵੀ ਸਾਨੂੰ ਬਹੁਤ ਸਾਰੇ ਅਖਾਣ ਜਿਹੜੇ ਆ ਪੜ੍ਹਨ ਨੂੰ ਮਿਲਦੇ ਆ। ਅਖਾਣਾਂ ਦੇ ਵਿੱਚ ਅਸਲ ਕੋਈ ਲੋਕ ਸੱਚਾਈ ਜਿਹੜੀ ਆ ਉਹ ਛੁਪੀ ਹੁੰਦੀ ਹੈ, ਤਾਂ ਹੀ ਇਸ ਕਰਕੇ ਇਸ ਨੂੰ ਲੋਕਾਂ ਦੀ ਜਿਹੜੀ ਹੈ ਉਕਤੀ ਕਿਹਾ ਜਾਂਦਾ ਹੈ। ਔਰ ਵਾਰਿਸ ਸ਼ਾਹ ਜਿਵੇਂ ਕਹਿੰਦਾ, ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਜੀ। ਇਸ ਦੇ ਵਿੱਚ ਜਿਹੜੀ ਆ ਉਹ ਸੱਚਾਈ ਨੂੰ ਬਿਆਨ ਕਰਦਾ ਹੈ। ਇਹ 10 ਅਲੰਕਾਰ ਸਾਡੇ ਸ਼ੁਰੂ ਤੋਂ ਅਸੀਂ ਅਲੰਕਾਰ ਦੀ ਪਰਿਭਾਸ਼ਾ ਕਾਵਿ ਸ਼ਾਸਤਰ ਦੇ ਮਾਧਿਅਮ ਰਾਹੀਂ ਆਪ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਮੀਦ ਕਰਦੇ ਹਾਂ ਕਿ ਆਪ ਨੂੰ ਇਹ ਜਾਣਕਾਰੀ ਜ਼ਰੂਰ ਪਸੰਦ ਆਈ ਹੋਏਗੀ। ਆਪ ਦੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ, ਔਰ ਵਧੀਆ ਲੱਗੇ ਤਾਂ ਆਪਣੇ ਸੁਝਾਵ ਜ਼ਰੂਰ ਪੇਸ਼ ਕਰਿਓ, ਤਾਂ ਜੋ ਮੈਂ ਅੱਗੇ ਵੀ ਇਸ ਤਰੀਕੇ ਦਾ ਉਪਰਾਲਾ ਆਪ ਜੀ ਦੇ ਲਈ ਕਰ ਸਕਾਂ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ।